ਜੂਨ 1984 ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਜ਼ੁਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਰਮ ਯੁੱਧ ਮੋਰਚਾ 4 ਅਗਸਤ 1982 ਨੂੰ ਸ਼ੁਰੂ ਹੋਇਆ ਸੀ। 3 ਅਗਸਤ ਤੋਂ ਲੈ ਕੇ ਨੀਲਾ ਤਾਰਾ ਐਕਸ਼ਨ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਹੀ ਰਹੇ ਸਨ। ਫੌਜ ਨੇ ਜਥੇਦਾਰ ਟੌੜਾ ਫੈਡਰੇਸ਼ਨ ਦੇ ਕਈ ਸੀਨੀਅਰ ਅਹੁਦੇਦਾਰਾਂ ਅਤੇ ਸੈਂਕੜੇ ਹੀ ਸਿੰਘਾਂ ਸਮੇਤ ਸੰਤ ਜੀ ਨੂੰ ਕੈਪਚਰ ਕਰਕੇ NSA ਦੇ ਅਧੀਨ ਉਦੈਪੁਰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਸੀ, ਜਿੱਥੋਂ ਉਹ 11 ਮਾਰਚ 1985 ਨੂੰ ਰਿਹਾ ਕੀਤੇ ਗਏ। ਜਿਨ੍ਹਾਂ ਦਿਨਾਂ ਵਿੱਚ ਮੇਰੀ ਡਾਇਰੀ ਦੇ ਪੰਨੇ ਅਜੀਤ ਅਖਬਾਰ ਵਿੱਚ ਛਪ ਰਹੇ ਸਨ, ਉਹ 9 ਜੂਨ ਨੂੰ ਅੰਮ੍ਰਿਤਸਰ ਆਏ। ਕਈ ਸਥਾਨਕ ਪੱਤਰਕਾਰਾਂ ਅਤੇ ਅਕਾਲੀ ਲੀਡਰਾਂ ਦੇ ਸਾਹਮਣੇ ਉਹਨਾਂ ਨੇ ਇਸ ਦੀ ਬੜੀ ਹੀ ਸ਼ਲਾਘਾ ਕਰਦਿਆਂ ਕਿਹਾ, ਹਰਬੀਰ, ਕੰਪਲੈਕਸ ਅੰਦਰਲੇ ਹਾਲਾਤ ਵੀ ਲਿਖ, ਅਸੀਂ ਤੈਨੂੰ ਦੱਸਾਂਗੇ ਕਿ ਅੰਦਰ ਕੀ ਹੋਇਆ, ਕੀ ਕੁਝ ਹੁੰਦਾ ਰਿਹਾ ਸੀ। ਮੈਂ ਸੁਝਾਅ ਸਵੀਕਾਰ ਕਰਦਿਆਂ ਉਹਨਾਂ ਨੂੰ ਕਿਹਾ ਸੀ ਕਿ ਇਸ ਸੰਬੰਧੀ ਉਹਨਾਂ ਦੀ ਇੰਟਰਵਿਊ ਲਵਾਂਗਾ। ਇਸ ਦਿਨ ਪਿੱਛੋਂ ਉਹ ਕੇਵਲ 2 ਵਾਰੀ ਅੰਮ੍ਰਿਤਸਰ ਆਏ। 2 ਜੁਲਾਈ ਰਾਤ ਨੂੰ ਆ ਕੇ 3 ਨੂੰ ਸਵੇਰੇ ਹੀ ਚਲੇ ਗਏ। ਆਖਰੀ ਵਾਰੀ 30 ਜੁਲਾਈ ਨੂੰ ਬਾਅਦ ਦੁਪਹਿਰ ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨ ਆਏ। ਮੀਟਿੰਗ ਤੋਂ ਪਿੱਛੋਂ ਉਹ ਅਕਾਲੀ ਲੀਡਰਾਂ ਨੂੰ ਮਿਲਣ ਵਿੱਚ ਰੁੱਝ ਗਏ ਅਤੇ ਮੈਂ ਖਬਰਾਂ ਭੇਜਣ ਵਿੱਚ। ਅਗਸਤ ਵਿੱਚ ਜਦੋਂ ਉਹਨਾਂ ਨੇ ਮੁੱਲਾਂਪੁਰ ਅਤੇ ਹੁਸ਼ਿਆਰਪੁਰ ਆਉਣਾ ਸੀ, ਮੈਂ ਰਾਮੂਵਾਲੀਏ ਨਾਲ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ, ਪਰ ਬਦਕਿਸਮਤੀ ਨਾਲ ਕਿਸੇ ਕਾਰਨ ਨਾ ਜਾ ਸਕਿਆ। ਇਹ ਕਿੰਨੇ ਦੁਖਾਂਤ ਦੀ ਗੱਲ ਹੈ ਕਿ ਕੁਲਬੀਰ ਸਿੰਘ ਸੂਰੀ ਨਾਲ 20 ਅਗਸਤ ਨੂੰ ਪ੍ਰੋਗਰਾਮ ਬਣਾ ਕੇ ਆਇਆ ਕਿ ਆਪਾਂ ਸੰਤ ਜੀ ਨੂੰ ਮਿਲਣ ਲਈ 1 ਸਤੰਬਰ ਨੂੰ ਲੌਂਗੋਵਾਲ ਚੱਲਾਂਗੇ। ਉਸੇ ਸ਼ਾਮ ਸ਼ੇਰਪੁਰ ਵਿਖੇ ਬੜੀ ਹੀ ਬੁਜ਼ਦਿਲਾਨਾ ਤੇ ਵਹਿਸ਼ੀਆਨਾ ਢੰਗ ਨਾਲ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਬੜੇ ਹੀ ਦੁਖੀ ਹਿਰਦੇ ਨਾਲ ਮੈਂ ਤੇ ਕੁਲਬੀਰ 1 ਸਤੰਬਰ ਨੂੰ ਉਹਨਾਂ ਦੀ ਯਾਦ ਵਿੱਚ ਰੱਖੇ ਮਹਾਨ ਸ਼ਰਧਾਂਜਲੀ ਸਮਾਗਮ ਤੇ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਲੌਂਗੋਵਾਲ ਗਏ। ਸੰਤ ਜੀ ਉਦੈਪੁਰ ਜੇਲ੍ਹ ਵਿੱਚ ਸਰਦਾਰ ਤਰਲੋਚਨ ਸਿੰਘ ਸਰਨਾ ਦਿੱਲੀ ਵਾਲੇ ਅਕਸਰ ਮਿਲਦੇ ਰਹਿੰਦੇ ਸਨ ਅਤੇ ਸਾਰੇ ਹਾਲਾਤ ਤੋਂ ਜਾਣੂ ਕਰਾਉਂਦੇ ਰਹਿੰਦੇ ਸਨ। ਸੰਤ ਜੀ ਨੇ ਕਈ ਵਾਰੀ ਸਰਨਾ ਸਾਹਿਬ ਦੇ ਹੱਥ ਵਿੱਚ ਸਿੰਘ ਸਾਹਿਬਾਨ ਅਤੇ ਅਕਾਲੀ ਲੀਡਰਾਂ ਦੇ ਨਾਮ ਪੱਤਰ ਭੇਜੇ। ਇਹਨਾਂ ਵਿੱਚ ਸਭ ਤੋਂ ਪਹਿਲਾ ਮਹੱਤਵਪੂਰਨ ਪੱਤਰ ਨਵੰਬਰ ਦੇ ਆਖਰੀ ਹਫ਼ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦੀ ਸਾਲਾਨਾ ਚੋਣ ਸਮੇਂ ਭੇਜਿਆ ਸੀ, ਜਿਸ ਵਿੱਚ ਕਿਹਾ ਗਿਆ ਸੀ, ਪੰਥ ਬੜੇ ਹੀ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ ਅਤੇ ਸਮੇਂ ਦੀ ਸਭ ਤੋਂ ਵੱਡੀ ਮੰਗ ਪੰਥਕ ਏਕਤਾ ਹੈ। ਇਸ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਵਿੱਚ ਕੋਈ ਤਬਦੀਲੀ ਨਾ ਕੀਤੀ ਜਾਏ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸਰਦਾਰ ਭਾਨ ਸਿੰਘ ਅਤੇ ਮੀਤ ਸਕੱਤਰ ਸਰਦਾਰ ਅਬਿਨਾਸ਼ੀ ਸਿੰਘ ਸੰਤ ਜੀ ਨੂੰ 29 ਜਨਵਰੀ ਨੂੰ ਜੇਲ੍ਹ ਵਿੱਚ ਮਿਲੇ ਹਨ। ਸੰਤ ਜੀ ਨੇ ਉਹਨਾਂ ਨੂੰ ਦੱਸਿਆ ਸੀ ਕਿ ਪੰਜਾਬ ਦੇ ਮੁੱਖ ਸਲਾਹਕਾਰ ਸ੍ਰੀ ਸੁਬਰਾਮਨੀਅਮ ਉਹਨਾਂ ਨੂੰ ਮਿਲਣ ਆਏ ਸਨ ਅਤੇ ਪੰਜਾਬ ਸਮੱਸਿਆਵਾਂ ਬਾਰੇ ਗੱਲਾਂ ਕਰਦੇ ਰਹੇ। ਗੱਲਾਂ ਵਿੱਚ ਲੌਂਗੋਵਾਲ ਜੀ ਨੇ ਕਿਹਾ ਕਿ ਜੋਧਪੁਰ ਜੇਲ੍ਹ ਵਿੱਚ ਜਾ ਕੇ ਜਥੇਦਾਰ ਟੌੜਾ ਨੂੰ ਮਿਲੇ। ਸੁਬਰਾਮਨੀਅਮ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜਥੇਦਾਰ ਟੌੜਾ ਕੰਪਲੈਕਸ ਵਿੱਚ ਨਾਜਾਇਜ਼ ਹਥਿਆਰ ਇਕੱਠੇ ਕਰਨ, ਅੱਤਵਾਦੀਆਂ ਨੂੰ ਸ਼ਰਨ ਦੇਣ ਅਤੇ ਸਰਕਾਰ ਵਿਰੁੱਧ ਜੰਗ ਛੇੜਨ ਦੇ ਮੁੱਖ ਦੋਸ਼ੀ ਹਨ। ਸੰਤ ਜੀ ਨੇ ਫੌਜੀ ਕਾਰਵਾਈ ਦੀ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਂਦਿਆਂ ਕਿਹਾ, ਜਥੇਦਾਰ ਟੌੜਾ ਉਹ ਕੰਮ ਕਰਦੇ ਹਨ ਜੋ ਉਹਨਾਂ ਨੂੰ ਮੈਂ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਮੋਰਚਾ ਡਿਕਟੇਟਰ ਹੋਣ ਦੇ ਨਾਤੇ ਸੌਂਪਦਾ ਰਿਹਾ ਹਾਂ। ਇਸ ਲਈ ਮੁੱਖ ਦੋਸ਼ੀ ਤਾਂ ਮੈਂ ਹਾਂ। ਫਰਵਰੀ ਦੇ ਪਹਿਲੇ ਹਫ਼ਤੇ ਮਾਰਕਸੀ ਲੀਡਰ ਕਾਮਰੇਡ ਹਰਕਿਸ਼ਨ ਸੁਰਜੀਤ ਦਾ ਕਈ ਅਖਬਾਰਾਂ ਵਿੱਚ ਬਿਆਨ ਛਪਿਆ ਕਿ ਨੀਲਾ ਤਾਰਾ ਕਾਰਵਾਈ ਦੌਰਾਨ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ 2 ਨੌਜਵਾਨ ਸੰਤ ਲੌਂਗੋਵਾਲ ਭੇਜੇ ਸਨ ਕਿ ਲਾਊਡ ਸਪੀਕਰ ਤੇ ਖਾਲਿਸਤਾਨ ਦੀ ਸਥਾਪਨਾ ਬਾਰੇ ਐਲਾਨ ਕਰ ਦਿਓ, ਪਾਕਿਸਤਾਨ ਇਸ ਨੂੰ ਇੱਕਦਮ ਮਾਨਤਾ ਦੇ ਦੇਵੇਗਾ। ਭਿੰਡਰਾਂ ਵਾਲਿਆਂ ਪਾਸ ਪਾਕਿਸਤਾਨ ਨੂੰ ਸੰਦੇਸ਼ ਭੇਜਣ ਲਈ ਇੱਕ ਸ਼ਕਤੀਸ਼ਾਲੀ ਟਰਾਂਸਮੀਟਰ ਸੀ। ਲੌਂਗੋਵਾਲ ਜੀ ਨੇ ਇਸ ਖਬਰ ਬਾਰੇ ਸਪਸ਼ਟੀਕਰਨ ਲਈ ਜੋ ਖੱਤ ਸਰਨਾ ਸਾਹਿਬ ਰਾਹੀਂ ਅੰਮ੍ਰਿਤਸਰ ਭੇਜਿਆ, ਉਹ ਇਸ ਪ੍ਰਕਾਰ ਹੈ। ਕਾਮਰੇਡ ਸੁਰਜੀਤ ਦਾ ਬਿਆਨ
ਦੋ ਧਾਰੇ ਖੰਡੇ ਦੀ ਤਰ੍ਹਾਂ ਹੈ। ਦਰਅਸਲ ਦੋ ਜਜ਼ਬਾਤੀ ਨੌਜਵਾਨ ਪਹਿਲਾਂ ਭਿੰਡਰਾਂ ਵਾਲਿਆਂ ਦੇ ਗਲ ਪਏ। ਉਹਨਾਂ ਨੇ ਸਾਡੇ ਵੱਲ ਭੇਜ ਕੇ ਗੱਲ ਟਾਲ ਦਿੱਤੀ ਕਿ ਜੇ ਲੌਂਗੋਵਾਲ ਐਲਾਨ ਕਰ ਦੇਣ ਤਾਂ ਮੈਂ ਹਮਾਇਤ ਕਰਾਂਗਾ। ਨਾ ਉਹ ਖਾਲਿਸਤਾਨ ਦੇ ਹਮਾਇਤੀ ਸਨ, ਨਾ ਹੀ ਕਦੀ ਅਕਾਲੀ ਦਲ ਨੇ ਹਮਾਇਤ ਕੀਤੀ ਹੈ, ਨਾ ਹੀ ਕੋਈ ਟਰਾਂਸਮੀਟਰ ਸੀ, ਨਾ ਹੀ ਭਿੰਡਰਾਂ ਵਾਲਿਆਂ ਦੀ ਪਾਕਿਸਤਾਨ ਨਾਲ ਕੋਈ ਗੱਲਬਾਤ ਸੀ। ਕਾਮਰੇਡ ਨੇ ਟੇਢੇ ਢੰਗ ਨਾਲ ਸਿੱਖਾਂ ਨੂੰ ਪਾਕਿਸਤਾਨ ਦੇ ਏਜੰਟ ਸਾਬਤ ਕਰਨ ਦਾ ਯਤਨ ਕੀਤਾ ਹੈ। ਇਹ ਠੀਕ ਹੈ, ਮੈਂ ਅਤੇ ਭਿੰਡਰਾਂ ਵਾਲੇ ਆਪਸ ਵਿੱਚ ਬੋਲਦੇ ਨਹੀਂ ਸੀ। ਮੈਨੂੰ ਪੂਰਨ ਯਕੀਨ ਹੈ ਕਿ ਭਿੰਡਰਾਂ ਵਾਲਿਆਂ ਦੀ ਪਾਕਿਸਤਾਨ ਨਾਲ ਕੋਈ ਗੱਲ ਨਹੀਂ ਸੀ। ਸ਼੍ਰੋਮਣੀ ਅਕਾਲੀ ਦਲ ਆਪਣੀ ਪਾਲਿਸੀ ਅਨੁਸਾਰ ਪੁਰ-ਅਮਨ ਰਹਿ ਕੇ ਆਜ਼ਾਦ ਦੇਸ਼ਾਂ ਦੇ ਮਿਲੇ ਅਧਿਕਾਰਾਂ ਅਨੁਸਾਰ ਆਪਣੇ ਹੱਕ ਲੈਣ ਲਈ ਦ੍ਰਿੜਤਾ ਨਾਲ ਜੂਝ ਰਿਹਾ ਹੈ। ਲੋਕਾਂ ਸਾਹਮਣੇ ਸਬੂਤ ਹੈ ਕਿ 2,35,000 ਸਿੰਘ 3 ਜੂਨ ਤੀਕਰ ਜੇਲ੍ਹੀਂ ਗਏ। ਸ਼ਾਂਤ ਰਹਿੰਦੇ ਹੋਏ 300 ਤੋਂ ਵੱਧ ਸ਼ਹੀਦ ਹੋਏ। ਮਾਨਵਤਾ ਦੀ ਏਕਤਾ ਅਤੇ ਦੇਸ਼ ਦੀ ਅਖੰਡਤਾ ਦਾ ਨਾਅਰਾ ਗੁਰੂ ਸਾਹਿਬ ਜੀ ਨੇ ਏਕ ਪਿਤਾ ਏਕ ਸਕੇ ਹਮ ਬਾਰਕ ਮਾਨਸ ਕੀ ਜਾਤ ਸਭੈ ਏਕੇ ਪਹਿਚਾਨ ਬੋ ਕਹਿ ਕੇ 10 ਗੁਰੂਆਂ ਨੇ ਕੌਮ ਨੂੰ ਲਾਮਬੰਦ ਕੀਤਾ। ਇਸੇ ਨਾਅਰੇ ਤੇ ਲੱਖਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ। ਦੇਸ਼ ਦੀ ਆਜ਼ਾਦੀ ਵੇਲੇ ਗਾਂਧੀ ਦੇਸ਼ ਦੇ ਟੁਕੜੇ ਹੋਣ ਦੇ ਖਿਲਾਫ ਸਨ, ਪਰ ਪ੍ਰਧਾਨ ਮੰਤਰੀ ਤੇ ਵਜ਼ੀਰੀਆਂ ਦੇ ਭੁੱਖੇ ਲੋਕ ਦੇਸ਼ ਦੇ ਟੋਟੇ ਹੋਣ ਦੇ ਹੱਕ ਵਿੱਚ ਸਨ ਕਿ ਛੇਤੀ ਗੱਦੀਆਂ ਤੇ ਬੈਠੀਏ। ਇਹੋ ਹੀ ਬੋਲੀ ਕਾਮਰੇਡਾਂ ਦੀ ਸੀ। ਐਸੇ ਭਿਆਨਕ ਸਮੇਂ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਮਾਸਟਰ ਤਾਰਾ ਸਿੰਘ ਜੀ ਤੇ ਸਮੁੱਚੀ ਸਿੱਖ ਕੌਮ ਭਾਰਤ ਦੀ ਅਖੰਡਤਾ ਅਤੇ ਮਾਨਵਤਾ ਦੀ ਏਕਤਾ ਲਈ ਜੂਝ ਰਹੇ ਹਨ। ਸਬੂਤ ਹੈ ਕਿ ਮਾਸਟਰ ਜੀ ਨੇ ਲਾਹੌਰ ਹੀ ਜਹਾਦ ਖੜਾ ਕਰ ਦਿੱਤਾ, ਪਰ ਕੀ ਕਰ ਸਕਦੇ ਸਨ ਜਦ ਕਿ ਬਹੁ ਗਿਣਤੀ ਭਾਰਤ ਦੇ ਟੋਟੇ ਕਰਨਾ ਚਾਹੁੰਦੀ ਸੀ। ਹਾਂ, ਇਤਨਾ ਜ਼ਰੂਰ ਹੋਇਆ ਕਿ ਅੱਧਾ ਪੰਜਾਬ ਬਚਾ ਲਿਆ। ਜੇਲ੍ਹ ਤੋਂ ਰਿਹਾ ਹੋ ਕੇ ਲੌਂਗੋਵਾਲ ਜੀ 13 ਮਾਰਚ ਨੂੰ ਅੰਮ੍ਰਿਤਸਰ ਪਹੁੰਚੇ ਸਨ। ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕ ਕੇ ਉਹ ਸਭ ਤੋਂ ਪਹਿਲਾਂ ਸਿੰਘ ਸਾਹਿਬਾਨ ਨੂੰ ਮਿਲੇ। ਆਪਣੀ ਗੈਰ ਹਾਜ਼ਰੀ ਵਿੱਚ ਸਿੱਖ ਪੰਥ ਦੀ ਅਗਵਾਈ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਤੇ ਸਾਰੇ ਹਾਲਾਤ ਤੋਂ ਜਾਣੂ ਹੋਏ। ਇਸ ਸਮੇਂ ਲੌਂਗੋਵਾਲ ਜੀ ਦੀਆਂ ਅੱਖਾਂ ਸੇਜਲ ਤੇ ਗਲ ਭਰਿਆ ਹੋਇਆ ਸੀ। ਪੱਤਰਕਾਰਾਂ ਨੇ ਜਦੋਂ ਉਹਨਾਂ ਤੋਂ ਵਿਚਾਰ ਪੁੱਛੇ ਤਾਂ ਇਤਨਾ ਹੀ ਕਿਹਾ, ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਸਰਕਾਰ ਨੇ ਸਿੱਖਾਂ ਦੇ ਗਲ ਨੂੰ ਹੱਥ ਪਾਇਆ ਹੈ। ਸ਼ਾਮ ਨੂੰ ਉਹਨਾਂ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਤੋਂ ਪਹਿਲੇ ਗੁਰੂ ਨਾਨਕ ਨਿਵਾਸ, ਤੇਜਾ ਸਿੰਘ ਸਮੁੰਦਰੀ ਹਾਲ ਅਤੇ ਹੋਰ ਨੁਕਸਾਨਜ਼ਦਾ ਇਮਾਰਤਾਂ ਦੇਖੀਆਂ ਸਨ। ਮੈਂ ਆਪਣੀ ਨੋਟਬੁੱਕ ਤੋਂ ਪ੍ਰੈਸ ਕਾਨਫਰੰਸ ਦੇ ਆਧਾਰ ਤੇ ਸਾਰੇ ਸਵਾਲ ਜਵਾਬ ਲਿਖੇ ਹਨ। ਇਹ 14 ਮਾਰਚ 1985 ਦੇ ਅਖਬਾਰਾਂ ਵਿੱਚ ਛਪ ਵੀ ਚੁੱਕੇ ਹਨ, ਜੋ ਇਸ ਪ੍ਰਕਾਰ ਹਨ। ਸਵਾਲ, ਫੌਜੀ ਕਾਰਵਾਈ ਪਿੱਛੋਂ ਪਹਿਲੀ ਵਾਰੀ ਇੱਥੇ ਆ ਕੇ ਕੀ ਅਨੁਭਵ ਕੀਤਾ ਹੈ? ਵੇਖਣ ਤੇ ਸੁਣਨ ਵਿੱਚ 100 ਕੋਹਾਂ ਦਾ ਫਰਕ ਹੁੰਦਾ ਹੈ। ਫੌਜੀ ਹਮਲੇ ਦੌਰਾਨ ਹੋਈ ਤਬਾਹੀ ਦੇ ਨੁਕਸਾਨ ਨੂੰ ਅੱਜ ਅੱਖੀਂ ਵੇਖਿਆ ਹੈ। ਗੁਰੂ ਨਾਨਕ ਨਿਵਾਸ, ਸਮੁੰਦਰੀ ਹਾਲ ਤੇ ਕਈ ਥਾਵਾਂ ਤੇ ਹਾਲੇ ਵੀ ਲਹੂ ਦੇ ਨਿਸ਼ਾਨ ਹਨ, ਜਿੱਥੇ ਬੇਗੁਨਾਹਾਂ ਸਿੰਘਾਂ ਦਾ ਕਤਲੇਆਮ ਕੀਤਾ ਗਿਆ ਹੈ। ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਜਿਹੇ ਪਵਿੱਤਰ ਗੁਰਧਾਮਾਂ ਤੇ ਹਮਲਾ ਕਰਕੇ ਸਾਡੀ ਅਣਖ ਨੂੰ ਚੈਲੰਜ ਕੀਤਾ ਹੈ। ਸਰਕਾਰ ਸਾਨੂੰ ਭਾਰਤ ਦੇ ਨਾਗਰਿਕ ਹੀ ਨਹੀਂ ਸਮਝਦੀ। ਇਸ ਹਮਲੇ ਤੋਂ ਸਿੱਖਾਂ ਨੂੰ ਖਤਮ ਕਰਨ ਦਾ ਇਰਾਦਾ ਸਪਸ਼ਟ ਹੈ। ਇੱਥੇ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਹੈ, ਕਈਆਂ ਦੇ ਹੱਥ ਪਿੱਛੇ ਬੰਨ੍ਹ ਕੇ ਫਿਰ ਸ਼ਹੀਦ ਕੀਤਾ। ਸਿੱਖਾਂ ਦੇ ਬਹੁਮੁੱਲੇ ਵਿਰਸੇ, ਸਿੱਖ ਰੈਫਰੈਂਸ ਲਾਇਬ੍ਰੇਰੀ ਅਤੇ ਸ਼੍ਰੋਮਣੀ ਕਮੇਟੀ ਦੇ ਪਿਛਲੇ 64 ਸਾਲਾਂ ਦੇ ਰਿਕਾਰਡ ਨੂੰ ਮੁਕੰਮਲ ਕਬਜ਼ਾ ਕਰਨ ਪਿੱਛੋਂ ਅੱਗ ਲਗਾਈ। ਇੱਥੇ ਤਾਂ ਕੋਈ ਕਥਿਤ ਅੱਤਵਾਦੀ ਨਹੀਂ ਸੀ। ਇਹ ਸਭ ਕੁਝ ਵੇਖ ਕੇ ਮਨ ਵਿੱਚ ਬੜਾ ਹੀ ਦੁੱਖ ਹੋਇਆ। ਮਨ ਤੇ ਬੜਾ ਹੀ ਬੋਝ ਹੈ। ਕਹਿ ਨਹੀਂ ਸਕਦੇ ਇਸ ਗੁੱਸੇ ਦਾ ਆਖਰੀ ਸਿੱਟਾ ਕੀ ਹੋਏਗਾ। ਕਹਿ ਨਹੀਂ ਸਕਦੇ ਕਿ ਸਰਕਾਰ ਦਾ ਇਹ ਰਵੱਈਆ ਸਭ ਨੂੰ ਕਿਸ ਥਾਂ ਪਹੁੰਚਾਏਗਾ। ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਸਰਕਾਰ ਨੇ ਦੇਸ਼ ਦੀ ਇੱਕ ਅਤ ਮਹੱਤਵਪੂਰਨ ਘੱਟ ਗਿਣਤੀ, ਜਿਸ ਨੇ ਦੇਸ਼ ਦੀ ਸੁਤੰਤਰਤਾ ਲਈ 80% ਹਿੱਸਾ ਪਾਇਆ ਤੇ ਸ਼ਹਾਦਤਾਂ ਦਿੱਤੀਆਂ, ਉਸ ਉੱਤੇ ਮੁਗਲਾਂ ਨਾਲੋਂ ਵੀ ਵੱਧ ਜ਼ੁਲਮ ਕੀਤੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਾਰਾਂ ਹੀ ਪਾਵਨ ਸਰੂਪ ਸਾੜੇ ਹਨ। ਸ੍ਰੀ ਦਰਬਾਰ ਸਾਹਿਬ ਉੱਤੇ ਗੋਲੀਆਂ ਦੇ ਨਿਸ਼ਾਨ ਵੇਖ ਕੇ ਹਰ ਸਿੱਖ ਦੇ ਜਜ਼ਬਾਤ ਭੜਕਦੇ ਹਨ। ਕਾਂਗਰਸ ਨੇ ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨਾਲ ਕੁਝ ਵਾਅਦੇ ਕੀਤੇ ਸਨ, ਪਰ ਜੋ ਕੁਝ ਮਨ ਵਿੱਚ ਸੀ
ਉਸ ਦਾ ਹੁਣ ਪ੍ਰਗਟਾਵਾ ਕਰ ਦਿੱਤਾ ਹੈ। ਸਵਾਲ, ਸਿੰਘ ਸਾਹਿਬਾਨ ਨਾਲ ਕੀ ਸਲਾਹ ਕੀਤੀ ਹੈ? ਉਹਨਾਂ ਦਾ ਧੰਨਵਾਦ ਕੀਤਾ ਹੈ। ਬੜੇ ਹੀ ਵਿਖੜੇ ਤੇ ਭਿਆਨਕ ਸਮੇਂ ਸਿੰਘ ਸਾਹਿਬਾਨ ਨੇ ਦਲੇਰੀ ਨਾਲ ਸੰਕਟ ਦਾ ਮੁਕਾਬਲਾ ਕਰਨ ਲਈ ਸਿੱਖ ਕੌਮ ਦੀ ਅਗਵਾਈ ਕੀਤੀ ਹੈ। ਉਹਨਾਂ ਤੋਂ ਬਿਨਾਂ ਜਥੇਦਾਰ ਉਜਾਗਰ ਸਿੰਘ ਸੇਖਵਾਂ, ਸਰਦਾਰ ਪ੍ਰਕਾਸ਼ ਸਿੰਘ ਮਜੀਠਾ, ਸਰਦਾਰ ਆਤਮਾ ਸਿੰਘ, ਸਰਦਾਰ ਸੁਰਜਨ ਸਿੰਘ ਠੇਕੇਦਾਰ, ਸਰਦਾਰ ਰਜਿੰਦਰ ਸਿੰਘ ਢਾਲੀਵਾਲ, ਸਰਦਾਰ ਪ੍ਰੇਮ ਸਿੰਘ ਲਾਲਪੁਰਾ ਤੇ ਹੋਰਨਾਂ ਲੀਡਰਾਂ ਨੇ ਪੂਰੀ ਲਗਨ ਨਾਲ ਕੌਮ ਦੀ ਸੇਵਾ ਕੀਤੀ ਹੈ। ਮੈਂ ਸਭਨਾਂ ਦਾ ਧੰਨਵਾਦੀ ਹਾਂ। ਸਵਾਲ, ਜੇਲ੍ਹ ਵਿੱਚ ਤੁਹਾਨੂੰ ਕੌਣ-ਕੌਣ ਮਿਲਿਆ? ਗਵਰਨਰ ਪੰਜਾਬ ਦੇ ਸਲਾਹਕਾਰ ਸੁਬਰਾਮਨੀਅਮ ਆਏ ਸਨ। ਕਹਿੰਦੇ ਪੰਜਾਬ ਦਾ ਮਾਹੌਲ ਚੰਗਾ ਕਰਨ ਲਈ ਸਹਿਯੋਗ ਦਿਓ। ਮੈਂ ਕਿਹਾ ਸੀ ਕਿ ਮਾਹੌਲ ਤੇ ਤੇਲ ਪਾਉਣਾ ਬੰਦ ਕਰੋ, ਪੰਜਾਬ ਵਿੱਚੋਂ ਫੌਜ ਵਾਪਸ ਬੁਲਾਓ, ਜ਼ੁਲਮ ਤਸ਼ੱਦਦ ਬੰਦ ਕਰੋ। ਜਿਨ੍ਹਾਂ ਨੇ ਨਵੰਬਰ ਵਿੱਚ ਸਿੰਘਾਂ ਦਾ ਕਤਲੇਆਮ ਕੀਤਾ ਹੈ, ਸਿੱਖਾਂ ਦੀਆਂ ਅਰਬਾਂ ਖਰਬਾਂ ਰੁਪਏ ਦੀ ਜਾਇਦਾਦ ਲੁੱਟ ਲਈ ਜਾਂ ਸਾੜ ਦਿੱਤੀ, ਉਹਨਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਦਿਓ। ਕਾਲੇ ਕਾਨੂੰਨ ਵਾਪਸ ਲਓ ਤੇ ਸਪੈਸ਼ਲ ਕੋਰਟਾਂ ਖਤਮ ਕਰੋ। ਜਿੰਨਾ ਚਿਰ ਸਾਡੇ ਹਜ਼ਾਰਾਂ ਹੀ ਬੇਗੁਨਾਹ ਬੱਚੇ ਜੇਲ੍ਹਾਂ ਵਿੱਚ ਬੈਠੇ ਹਨ, ਵਿਧਵਾ ਬੀਬੀਆਂ ਦੀ ਯੋਗ ਸਹਾਇਤਾ ਨਹੀਂ ਕੀਤੀ ਜਾਂਦੀ, ਸ਼ਾਂਤੀ ਨਹੀਂ ਹੋ ਸਕਦੀ। ਸ੍ਰੀ ਰਾਮ ਜੇਠ ਮਲਾਨੀ ਵੀ ਮਿਲਦੇ ਰਹੇ ਹਨ। ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਕੇਸ ਨਹੀਂ ਲੜਨਾ। ਇਹ ਸਰਕਾਰ ਤੋਂ ਸਾਨੂੰ ਇਨਸਾਫ ਦੀ ਆਸ ਨਹੀਂ ਹੈ। ਵੈਸੇ ਮੇਰੇ ਵਿਰੁੱਧ ਕੇਸ ਹੀ ਕੋਈ ਨਹੀਂ ਸੀ। ਸ੍ਰੀ ਜੇਠ ਮਲਾਨੀ ਨੇ ਮੇਰੀ ਨਜ਼ਰਬੰਦੀ ਨੂੰ ਚੈਲੰਜ ਕੀਤਾ ਸੀ। ਹੁਣ ਇਸੇ ਲਈ ਰਿਹਾ ਕੀਤਾ ਕਿਉਂਕਿ ਮੇਰੇ ਵਿਰੁੱਧ ਕੋਈ ਕੇਸ ਬਣਦਾ ਹੀ ਨਹੀਂ ਸੀ। ਸਵਾਲ, ਕਿ ਬੂਟਾ ਸਿੰਘ ਵੀ ਜੇਲ੍ਹ ਵਿੱਚ ਤੁਹਾਨੂੰ ਮਿਲਣ ਆਏ ਸਨ? ਹਾਂ, ਪਰ ਮਿਲਣ ਤੋਂ ਮੈਂ ਇਨਕਾਰ ਕਰ ਦਿੱਤਾ ਸੀ। ਜੇਲ੍ਹ ਪ੍ਰਬੰਧਕਾਂ ਰਾਹੀਂ ਉਸ ਨੂੰ ਕਿਹਾ ਕਿ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਜਾ ਕੇ ਸਿੰਘ ਸਾਹਿਬਾਨ ਪੇਸ਼ ਹੋਵੋ, ਤਨਖਾਹ ਲਗਵਾ ਕੇ ਪੰਥ ਵਿੱਚ ਸ਼ਾਮਲ ਹੋਵੋ, ਫਿਰ ਹੀ ਗੱਲ ਕਰਾਂਗਾ। ਮੈਂ ਤਨਖਾਹੀਏ ਨਾਲ ਗੱਲ ਕਰਨ ਨੂੰ ਤਿਆਰ ਨਹੀਂ। ਸਵਾਲ, ਕਿ ਨਵੇਂ ਗਵਰਨਰ ਅਰਜਨ ਸਿੰਘ ਵੀ ਮਿਲੇ ਸਨ? ਨਹੀਂ। ਸਵਾਲ, ਤੁਹਾਡਾ ਅਗਲਾ ਪ੍ਰੋਗਰਾਮ ਕੀ ਹੈ? ਸਭ ਤੋਂ ਪਹਿਲਾਂ ਮੈਂ ਸ਼ਹੀਦਾਂ ਦੇ ਪਰਿਵਾਰਾਂ ਦੇ ਘਰ ਜਾ ਕੇ ਆਪਣੀ ਹਾਰਦਿਕ ਹਮਦਰਦੀ ਪ੍ਰਗਟ ਕਰਾਂਗਾ। ਅਕਾਲੀ ਦਲ ਦੇ ਲੀਡਰਾਂ ਤੇ ਵਰਕਰਾਂ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਜਾਣੂ ਹੋਣ ਦਾ ਯਤਨ ਕਰਾਂਗਾ। ਸਵਾਲ, ਇਸ ਸਮੇਂ ਸਭ ਤੋਂ ਵੱਡਾ ਮਸਲਾ ਕੀ ਹੈ? ਸਭ ਤੋਂ ਅਹਿਮ ਮਸਲਾ ਸਿੱਖਾਂ ਦੇ ਸਵੈਮਾਨ ਨੂੰ ਅਣਖ ਨੂੰ ਬਹਾਲ ਕਰਨਾ ਹੈ। ਕੌਮ ਦੇ ਜ਼ਖਮ ਹਾਲੇ ਬੜੇ ਹੀ ਅੱਲੇ ਹਨ। ਮੈਂ ਸਾਰੇ ਲੀਡਰਾਂ ਨਾਲ ਸਲਾਹ ਕਰਾਂਗਾ ਕਿ ਕੀ ਕਰਨਾ ਹੈ। ਦਿੱਲੀ ਦੇ ਕਤਲੇਆਮ ਬਾਰੇ ਦਿੱਲੀ ਦੇ ਪ੍ਰੈਸ ਨੇ ਸੱਚਾਈ ਪ੍ਰਗਟ ਕੀਤੀ ਹੈ, ਬੜੀ ਹੀ ਹਿੰਮਤ ਕੀਤੀ ਹੈ। ਭਾਰਤ ਦੇ ਇਮਾਨਦਾਰ ਬੰਦਿਆਂ, ਵਿਸ਼ੇਸ਼ ਕਰਕੇ ਦੋ ਸੰਸਥਾਵਾਂ PUCL ਅਤੇ PUDR ਨੇ ਬੜੀ ਹੀ ਦਲੇਰੀ ਨਾਲ ਦੰਗਿਆਂ ਦੀ ਇਮਾਨਦਾਰੀ ਨਾਲ ਜਾਂਚ ਕੀਤੀ ਹੈ। ਅਕਾਲੀ ਦਲ ਉਹਨਾਂ ਦੀ ਪ੍ਰਸ਼ੰਸਾ ਕਰਦਾ ਹੈ। ਸਵਾਲ, ਪੰਜਾਬ ਵਿੱਚ ਬੜੇ ਨਿਰਦੋਸ਼ ਲੋਕਾਂ ਦੇ ਕਤਲ ਹੁੰਦੇ ਰਹੇ ਹਨ, ਉਹਨਾਂ ਬਾਰੇ ਕੀ ਕਹੋਗੇ? ਅਸੀਂ ਹਮੇਸ਼ਾ ਮੰਗ ਕਰਦੇ ਰਹੇ ਹਾਂ ਕਿ ਸਾਰੀਆਂ ਹਿੰਸਕ ਘਟਨਾਵਾਂ ਤੇ ਕਾਤਲਾਂ ਦੀ ਜਾਂਚ ਸੁਪਰੀਮ ਕੋਰਟ ਦੇ ਕਿਸੇ ਵੀ ਜੱਜ ਤੋਂ ਕਰਵਾਓ, ਪਰ ਸਰਕਾਰ ਹਮੇਸ਼ਾ ਇਸ ਤੋਂ ਭੱਜਦੀ ਰਹੀ ਕਿਉਂਕਿ ਇਸ ਵਿੱਚ ਕਾਂਗਰਸ ਪਾਰਟੀ ਦਾ ਆਪਣਾ ਹੱਥ ਨੰਗਾ ਹੁੰਦਾ ਸੀ। ਜੇ ਅਕਾਲੀ ਦਲ ਦੀ ਮੰਗ ਮੰਨ ਕੇ ਜਾਂਚ ਕਰਵਾਈ ਹੁੰਦੀ ਤਾਂ ਨਾ ਇਤਨੇ ਨਿਰਦੋਸ਼ ਲੋਕ ਮਰਦੇ, ਨਾ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਦਾ ਬਹਾਨਾ ਮਿਲਦਾ, ਨਾ ਸ਼੍ਰੀਮਤੀ ਗਾਂਧੀ ਦਾ ਕਤਲ ਹੁੰਦਾ ਤੇ ਨਾ ਪਿੱਛੋਂ ਸਿੱਖਾਂ ਦਾ ਕਤਲੇਆਮ ਹੁੰਦਾ। ਪਰ ਸਰਕਾਰ ਨੂੰ ਦੇਸ਼ ਦੀ ਨਿਸਬਤ ਆਪਣੀ ਪਾਰਟੀ ਦੇ ਸਵਾਰਥੀ ਹਿੱਤ ਜ਼ਿਆਦਾ ਪਿਆਰੇ ਸਨ। ਅਸੀਂ ਹੁਣ ਵੀ ਇਹ ਮੰਗ ਕਰਦੇ ਹਾਂ ਕਿ ਸਾਰੀਆਂ ਹਿੰਸਕ ਘਟਨਾਵਾਂ ਦੀ ਜਾਂਚ ਕਰਵਾਓ। ਜੇ ਅਸੀਂ ਦੋਸ਼ੀ ਹਾਂ ਤਾਂ ਸਾਨੂੰ ਸਜ਼ਾ ਦਿਓ। ਸਵਾਲ, ਤੁਹਾਡੇ ਵਿਰੋਧੀ ਇਹ ਦੋਸ਼ ਲਗਾਉਂਦੇ ਹਨ ਕਿ ਤੁਸੀਂ ਬਾਹਾਂ ਖੜੀਆਂ ਕਰਕੇ ਆਤਮ ਸਮਰਪਣ ਕੀਤਾ ਸੀ। ਇਹ ਬਿਲਕੁਲ ਗਲਤ ਹੈ। ਇਸ ਪਾਸੇ ਦੋਵੇਂ ਸਰਾਵਾਂ ਅਤੇ ਸਮੁੰਦਰੀ ਹਾਲ ਉੱਤੇ ਪੂਰਾ ਕਬਜ਼ਾ ਕਰਨ ਪਿੱਛੋਂ ਫੌਜ ਨੇ ਸਾਨੂੰ ਕੈਪਚਰ ਕੀਤਾ ਸੀ। ਸਾਨੂੰ ਬਦਨਾਮ ਕਰਨ ਲਈ ਇਹ ਸਰਾਸਰ ਗਲਤ ਤੇ ਗੁੰਮਰਾਹਕੁਨ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ। ਸਵਾਲ, ਕਿਹਾ ਜਾਂਦਾ ਹੈ ਕਿ ਮਈ 'ਚ ਫੌਜੀ ਕਾਰਵਾਈ ਤੋਂ ਕੁਝ ਦਿਨ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇਸ ਫਾਰਮੂਲੇ ਤੇ ਸਹਿਮਤ ਹੋ ਗਏ ਸਨ ਕਿ ਚੰਡੀਗੜ੍ਹ ਪੰਜਾਬ ਨੂੰ ਦੇਣ ਬਦਲੇ ਅਬੋਹਰ ਹਰਿਆਣਾ ਪੰਜਾਬ ਨੂੰ ਦਿੱਤਾ ਜਾਏ ਅਤੇ ਫਾਜ਼ਿਲਕਾ ਦਾ ਮਸਲਾ ਇਲਾਕਾਈ ਕਮਿਸ਼ਨ ਨੂੰ ਸੌਂਪ ਦਿੱਤਾ ਜਾਏ। ਇਸ ਵਿੱਚ ਕਿੰਨੀ ਸੱਚਾਈ ਹੈ? ਇਹ ਸੱਚ ਨਹੀਂ। ਸਵਾਲ, ਫੌਜੀ ਕਾਰਵਾਈ ਤੋਂ ਪਹਿਲਾਂ ਪੇਸ਼ ਕੀਤੇ ਫਾਰਮੂਲੇ ਤੋਂ ਕੀ ਲੱਗਦਾ ਸੀ ਕਿ ਸਰਕਾਰ ਕੋਈ ਸਮਝੌਤਾ ਕਰਨਾ ਚਾਹੁੰਦੀ ਹੈ?
ਸੱਚੀ ਗੱਲ ਤਾਂ ਇਹ ਹੈ ਕਿ ਜਦੋਂ ਵੀ ਸਰਕਾਰ ਨੇ ਗੱਲ ਕਰਨੀ ਚਾਹੀ ਅਸਾਂ ਹਮੇਸ਼ਾ ਸਵਾਗਤ ਕੀਤਾ, ਪਰ ਹਰ ਮੁਲਾਕਾਤ ਤੋਂ ਬਾਅਦ ਸਾਡੀ ਇਹ ਧਾਰਨਾ ਪੱਕੀ ਹੁੰਦੀ ਗਈ ਕਿ ਸਰਕਾਰ ਸਿਰਫ ਆਪਣਾ ਉੱਲੂ ਸਿੱਧਾ ਕਰਨਾ ਚਾਹੁੰਦੀ ਹੈ, ਇਸ ਲਈ ਲੋਕਾਂ ਦੇ ਹਿੱਤਾਂ ਦੀ ਵੀ ਬਲੀ ਦੇਵੇਗੀ। ਉਦੋਂ ਅਸਾਂ ਫੈਸਲਾ ਕੀਤਾ ਕਿ ਸਰਕਾਰ ਨਾਲ ਗੱਲਬਾਤ ਦਾ ਕੋਈ ਲਾਭ ਨਹੀਂ, ਪਰ ਵਿਰੋਧੀ ਪਾਰਟੀਆਂ ਨੇ ਸਾਨੂੰ ਮੁੜ ਗੱਲਬਾਤ ਕਰਨ ਲਈ ਮਜਬੂਰ ਕੀਤਾ। ਮੇਰੀ ਪਾਰਟੀ ਇਸ ਲਈ ਰਾਜੀ ਨਹੀਂ ਸੀ, ਪਰ ਮੈਂ ਹੀ ਜ਼ੋਰ ਪਾ ਕੇ ਮਨਾਇਆ। ਇਹਨਾਂ ਮੀਟਿੰਗਾਂ 'ਚੋਂ ਕੁਝ ਨਹੀਂ ਨਿਕਲਿਆ। ਇਸ ਤੋਂ ਬਾਅਦ 4 ਹੋਰ ਮੀਟਿੰਗਾਂ ਹੋਈਆਂ ਜਿਨ੍ਹਾਂ ਨੂੰ ਗੁਪਤ ਕਿਹਾ ਜਾਂਦਾ ਹੈ। ਇਹਨਾਂ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ। ਇਸ ਤੋਂ ਅਸੀਂ ਸਿੱਟਾ ਕੱਢਿਆ ਕਿ ਸਰਕਾਰ ਸਾਡਾ ਠੱਠਾ ਕਰਵਾਉਣਾ ਚਾਹੁੰਦੀ ਹੈ। ਸਵਾਲ ਕਿ ਇਹਨਾਂ ਮੀਟਿੰਗਾਂ ਵਿੱਚ ਕੋਈ ਨਵਾਂ ਪ੍ਰਸਤਾਵ ਵੀ ਆਇਆ? ਨਹੀਂ, ਬਸ ਪਹਿਲਾਂ ਵਾਲੀ ਗੱਲ ਹੀ ਹੁੰਦੀ ਰਹੀ। ਸਾਨੂੰ ਬੁਲਾ ਕੇ ਸਾਡੀ ਬੇਇੱਜ਼ਤੀ ਕੀਤੀ ਗਈ। ਫਿਰ 14 ਫਰਵਰੀ ਦੀ ਮੀਟਿੰਗ ਹੋਈ। ਵਿਰੋਧੀ ਧਿਰ ਨੇ ਸਾਨੂੰ ਗੱਲਬਾਤ ਲਈ ਮਜਬੂਰ ਕੀਤਾ। ਮੈਂ ਸਹਿਮਤ ਹੋ ਗਿਆ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਲੋਕਾਂ ਵਿੱਚ ਇਹ ਪ੍ਰਭਾਵ ਪਵੇ ਕਿ ਸਰਕਾਰ ਤਾਂ ਮਸਲਾ ਹੱਲ ਕਰਨਾ ਚਾਹੁੰਦੀ ਹੈ ਪਰ ਅਕਾਲੀ ਨਹੀਂ। ਮੀਟਿੰਗ 14 ਫਰਵਰੀ ਨੂੰ ਸ਼ੁਰੂ ਹੋਈ। ਸਰਕਾਰ, ਵਿਰੋਧੀ ਧਿਰ ਅਤੇ ਅਸੀਂ ਸ਼ਾਮਲ ਹੋਏ। ਜਦੋਂ ਇਹ ਮੀਟਿੰਗ ਹੋ ਰਹੀ ਸੀ, ਭਜਨ ਲਾਲ ਆਪਣੀ ਪੁਲਿਸ ਦੀ ਸਹਾਇਤਾ ਨਾਲ ਮੋਟਰਾਂ 'ਚ ਸਿੱਖਾਂ ਨੂੰ ਕੱਢ ਕੇ ਕਤਲ ਕਰ ਰਿਹਾ ਸੀ। ਕਰਨਾਲ, ਪਾਣੀਪਤ ਅਤੇ ਅਜਿਹੇ ਹੋਰ ਥਾਵਾਂ ਤੇ ਬਦਮਾਸ਼ ਗੁਰਦੁਆਰੇ ਸਾੜ ਰਹੇ ਸਨ। ਅਕਾਲੀ ਪ੍ਰਤੀਨਿਧੀਆਂ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਖੁਦ ਸਰਕਾਰ ਸਿੱਖਾਂ ਦੀ ਬੇਇੱਜ਼ਤੀ ਕਰ ਰਹੀ ਹੈ। ਉਹ ਸਭ ਕੁਝ ਛੱਡ ਛਡਾ ਕੇ ਵਾਪਸ ਪਰਤ ਆਏ। ਸਵਾਲ, ਕੀ ਤੁਸੀਂ ਕਦੇ ਇਹ ਵੀ ਮਹਿਸੂਸ ਕੀਤਾ ਹੈ ਕਿ ਵਿਰੋਧੀ ਧਿਰ ਨੇ ਤੁਹਾਡੇ ਨਾਲ ਗਦਾਰੀ ਕੀਤੀ? ਜਿੱਥੋਂ ਤੱਕ ਸਾਡਾ ਸੰਬੰਧ ਹੈ, ਅਸੀਂ ਹਮੇਸ਼ਾ ਵਿਰੋਧੀ ਧਿਰ ਦੀ ਹਮਾਇਤ ਕੀਤੀ। ਮਿਸਾਲ ਵਜੋਂ ਐਮਰਜੈਂਸੀ ਦਾ ਵਿਰੋਧ। ਸਾਡੇ ਨਾਲ ਜੋ ਕੁਝ ਵਾਪਰਿਆ ਹੈ ਉਹ ਵਿਰੋਧੀ ਧਿਰ ਦੀ ਸਾਡੇ ਵੱਲੋਂ ਕੀਤੀ ਹਮਾਇਤ ਦਾ ਬਦਲਾ ਹੀ ਹੈ। ਅਸੀਂ ਸਟੈਂਡ ਲਿਆ ਤੇ ਬਹਾਦਰੀ ਨਾਲ ਲੜਾਈ ਕੀਤੀ। ਅਸਾਂ ਤਾਨਾਸ਼ਾਹੀ ਸਰਕਾਰ ਨੂੰ ਉਲਟਾ ਕੇ ਜਮਹੂਰੀ ਹਕੂਮਤ ਕਾਇਮ ਕੀਤੀ। ਸ਼੍ਰੀਮਤੀ ਗਾਂਧੀ ਦੇ ਮਨ ਵਿੱਚ ਸਿੱਖਾਂ ਤੋਂ ਬਦਲਾ ਲੈਣ ਅਤੇ ਉਹਨਾਂ ਦਾ ਸਿਰ ਨੀਵਾਂ ਕਰਨ ਦਾ ਵਿਚਾਰ ਸੀ। ਉਸ ਵਰਗਾ ਹਾਕਮ ਲੋਕਾਂ ਦੇ ਹਿੱਤਾਂ ਨਾਲੋਂ ਆਪਣੇ ਹਿੱਤ ਨੂੰ ਵਧੇਰੇ ਪਿਆਰ ਕਰਦਾ ਹੈ। ਸ਼੍ਰੀਮਤੀ ਗਾਂਧੀ ਨੂੰ ਆਪਣੇ ਨਿੱਜੀ ਹਿੱਤਾਂ ਨਾਲ ਪਿਆਰ ਸੀ। ਉਸ ਦਾ ਵਤੀਰਾ ਇਸ ਵਰਗਾ ਸੀ, ਹਕੂਮਤ ਮੈਂ, ਮੇਰੇ ਪੁੱਤਰ ਅਤੇ ਪੋਤਰੇ ਕਰਨ। ਸਵਾਲ, ਕੀ ਤੁਸੀਂ ਫੌਜੀ ਕਾਰਵਾਈ ਬਾਰੇ ਵੇਰਵਾ ਦੇਵੋਗੇ? 1 ਜੂਨ ਨੂੰ ਅਸੀਂ ਪੰਜਾਬ ਦੇ ਰਾਜਪਾਲ ਨੂੰ ਸ਼ਿਕਾਇਤ ਕੀਤੀ ਕਿ ਦਰਬਾਰ ਸਾਹਿਬ ਉੱਤੇ ਸੁਰੱਖਿਆ ਟੁਕੜੀਆਂ ਵੱਲੋਂ ਗੋਲੀ ਚਲਾਈ ਜਾ ਰਹੀ ਹੈ। ਰਾਜਪਾਲ ਦਾ ਉੱਤਰ ਸੀ ਕਿ ਇਸ ਵਿੱਚ ਉਸ ਦਾ ਕੋਈ ਹੱਥ ਨਹੀਂ ਤੇ ਜੋ ਕੁਝ ਵੀ ਹੋ ਰਿਹਾ ਕੇਂਦਰ ਸਰਕਾਰ ਦੇ ਕਹਿਣ ਤੇ ਹੋ ਰਿਹਾ। ਅਸੀਂ ਉਹਨਾਂ ਨੂੰ ਦੱਸਿਆ ਕਿ ਪੰਜਾਬ ਬਾਰੇ ਸਭ ਤੋਂ ਪਹਿਲੀ ਜ਼ਿੰਮੇਵਾਰੀ ਉਸੇ ਦੀ ਹੈ। ਫਿਰ ਉਸਨੇ ਯਤਨ ਸ਼ੁਰੂ ਕੀਤੇ। ਉਸ ਨੇ ਸਥਾਨਕ ਡਿਪਟੀ ਕਮਿਸ਼ਨਰ, ਸੁਪਰਡੈਂਟ ਪੁਲਿਸ, ਇੰਸਪੈਕਟਰ ਜਨਰਲ ਤੇ DIG ਪੁਲਿਸ ਨਾਲ ਸੰਪਰਕ ਕੀਤਾ ਤੇ ਸਾਨੂੰ ਦੱਸਿਆ ਕਿ ਫਾਇਰਿੰਗ ਰੋਕ ਦਿੱਤੀ ਗਈ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਫਾਇਰਿੰਗ ਜਾਰੀ ਹੈ। ਉਸ ਨੇ ਕਿਹਾ ਗੋਲੀ ਅੰਦਰੋਂ ਚੱਲ ਰਹੀ ਹੈ। ਮੈਂ ਉਸ ਨੂੰ ਕਿਹਾ ਜੇ ਅਜਿਹੀ ਗੱਲ ਹੁੰਦੀ ਤਾਂ ਇਸ ਨੂੰ ਬੰਦ ਕਰਾਉਣਾ ਮੇਰੀ ਜ਼ਿੰਮੇਵਾਰੀ ਸੀ, ਪਰ ਅੰਦਰੋਂ ਕੋਈ ਗੋਲੀ ਨਹੀਂ ਚੱਲ ਰਹੀ ਤੇ ਸਾਰੀਆਂ ਗੋਲੀਆਂ ਬਾਹਰੋਂ ਚਲਾਈਆਂ ਜਾ ਰਹੀਆਂ। ਕੁਝ ਘੰਟਿਆਂ ਤੋਂ ਬਾਅਦ ਰਾਜਪਾਲ ਫਾਇਰਿੰਗ ਬੰਦ ਕਰਾਉਣ ਵਿੱਚ ਸਫਲ ਹੋਇਆ। 2 ਜੂਨ ਨੂੰ ਸਿੱਖਾਂ ਨੇ ਵੇਖਿਆ ਕਿ ਦਰਬਾਰ ਸਾਹਿਬ ਤੇ ਤਿੰਨੇ ਪਾਸਿਆਂ ਤੋਂ 36 ਗੋਲੀਆਂ ਦੇ ਨਿਸ਼ਾਨ ਸਨ। ਇਸ ਨਾਲ ਸਿੱਖਾਂ ਵਿੱਚ ਰੋਸ ਫੈਲ ਗਿਆ। 2 ਜੂਨ ਨੂੰ ਸ਼ਾਮ ਨੂੰ ਸ਼੍ਰੀਮਤੀ ਗਾਂਧੀ ਨੇ ਰੇਡੀਓ ਤੇ ਭਾਸ਼ਣ ਦਿੱਤਾ ਅਤੇ 3 ਜੂਨ ਨੂੰ ਪੰਜਾਬ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ। ਇਸ ਵੇਲੇ ਤੱਕ ਨਾ ਤਾਂ ਪੰਜਾਬ ਸਰਕਾਰ ਨਾ ਹੀ ਨੀਮ ਫੌਜੀ ਸੰਗਠਨਾਂ ਨੇ ਸਾਨੂੰ ਕਿਹਾ ਸੀ ਕਿ ਉਹ ਕਿਸੇ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਨ। ਉਹਨਾਂ ਇਹ ਵੀ ਨਹੀਂ ਕਿਹਾ ਜੇ ਤੁਸੀਂ ਗ੍ਰਿਫਤਾਰ ਨਾ ਕਰਨ ਦਿੱਤਾ ਤਾਂ ਅਸੀਂ ਫਾਇਰਿੰਗ ਕਰਾਂਗੇ। ਸਰਕਾਰ ਨੇ 4 ਜਾਂ 5 ਜੂਨ ਸਵੇਰ ਤੱਕ ਇਹ ਵੀ ਨਹੀਂ ਕਿਹਾ ਕਿ ਉਹ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਅਤੇ ਉਸਨੇ ਅਕਾਲ ਤਖਤ ਸਾਹਿਬ ਤੇ ਪਹਿਲਾ ਸ਼ਕਤੀਸ਼ਾਲੀ ਬੰਬ ਸੁੱਟ ਦਿੱਤਾ ਅਤੇ ਇਸ ਪਿੱਛੋਂ ਮਸ਼ੀਨ ਗੰਨਾਂ, ਸਟੇਨ ਗੰਨਾਂ ਨਾਲ ਲਗਾਤਾਰ ਗੋਲੀ ਬਣਾਉਣੀ ਸ਼ੁਰੂ ਕਰ ਦਿੱਤੀ। ਇਹ ਗੋਲਾਬਾਰੀ ਇੰਨੀ ਜ਼ੋਰਦਾਰ ਸੀ ਕਿ 3 ਘੰਟਿਆਂ ਤੱਕ ਕੁਝ ਵੀ ਸੁਣਾਈ ਨਹੀਂ ਦਿੰਦਾ ਸੀ। ਇਸ ਲਈ ਲੋਕ ਜਿੱਥੇ ਵੀ ਸਨ ਉੱਥੇ ਹੀ ਠਹਿਰ ਗਏ। ਉਸ ਦਿਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਸੀ ਅਤੇ ਸ਼ਰਧਾਲੂ ਦੂਰੋਂ ਨੇੜਿਓਂ ਆਏ ਹੋਏ ਸਨ। 4 ਜੂਨ ਨੂੰ ਸਾਰਾ ਦਿਨ ਲਗਾਤਾਰ ਗੋਲੀ ਚੱਲਦੀ ਰਹੀ ਅਤੇ 4-5 ਦੀ ਰਾਤ ਨੂੰ ਗੋਲੀਬਾਰੀ ਜਾਰੀ ਰਹੀ। 5 ਜੂਨ ਨੂੰ ਜ਼ੋਰਦਾਰ ਫਾਇਰਿੰਗ ਹੋਈ। ਉਸ ਦਿਨ ਸ਼ਾਮ ਨੂੰ ਮੈਂ ਸਮੁੰਦਰੀ ਹਾਲ ਵਿੱਚ ਚਲਿਆ ਗਿਆ ਜਿੱਥੇ ਕੋਈ 500 ਸੱਤਿਆਗ੍ਰਹੀ ਮੌਜੂਦ ਸਨ
ਜੋ ਕਿ ਮੋਰਚੇ ਦੇ ਸੰਬੰਧ ਵਿੱਚ ਗ੍ਰਿਫਤਾਰੀਆਂ ਦੇਣ ਆਏ ਸਨ। ਉਹਨਾਂ ਨੂੰ ਇਕੱਠਾ ਕਰਕੇ ਮੈਂ ਜਥੇਦਾਰ ਟੌੜੇ ਦੇ ਕਮਰੇ 'ਚ ਗਿਆ। ਉਸ ਮੈਨੂੰ ਕਿਹਾ ਕਿ ਉਹ ਮੇਰੀ ਵੱਲ ਹੀ ਆ ਰਿਹਾ ਸੀ। ਉੱਥੇ ਉਸ ਸਮੇਂ ਹੋਰ 7-8 ਸਿੰਘ ਵੀ ਸਨ। ਉਸ ਸਮੇਂ ਸੂਰਜ ਡੁੱਬ ਰਿਹਾ ਸੀ ਅਤੇ ਰਹਿਰਾਸ ਦਾ ਵੇਲਾ ਸੀ। ਗੁਰਚਰਨ ਸਿੰਘ ਟੌੜਾ ਨੇ ਰਹਿਰਾਸ ਦਾ ਪਾਠ ਕੀਤਾ। ਉਸ ਸਮੇਂ ਇੰਨੀ ਜ਼ੋਰਦਾਰ ਫਾਇਰਿੰਗ ਸ਼ੁਰੂ ਹੋ ਗਈ ਕਿ ਕੋਈ ਵੀ ਬਾਹਰ ਨਹੀਂ ਨਿਕਲ ਸਕਦਾ ਸੀ। 5 ਜੂਨ ਨੂੰ ਨਾ ਪਾਣੀ ਨਾ ਹੀ ਰਾਸ਼ਨ ਸੀ। ਪਾਣੀ ਦੀ ਟੈਂਕੀ ਤੋੜ ਦਿੱਤੀ ਗਈ ਸੀ ਅਤੇ ਬਾਹਰ ਹੋ ਰਹੀ ਫਾਇਰਿੰਗ ਕਾਰਨ ਬਾਹਰੋਂ ਪਾਣੀ ਲਿਆਉਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ। ਮੇਰੇ ਖਿਆਲ ਵਿੱਚ ਫੌਜ ਨੇ 5 ਜੂਨ ਨੂੰ ਰਾਤ ਦੇ 10 ਵਜੇ ਤੱਕ ਸਾਰੇ ਇਲਾਕੇ ਤੇ ਕਬਜ਼ਾ ਕਰ ਲਿਆ ਸੀ ਅਤੇ ਵਿਚਕਾਰਲੀ ਸੜਕ ਉੱਤੇ ਟੈਂਕ ਖੜੇ ਹੋਏ ਸਨ ਜੋ ਕਿ ਲਗਾਤਾਰ ਸਮੁੰਦਰੀ ਹਾਲ, ਗੁਰੂ ਨਾਨਕ ਨਿਵਾਸ ਅਤੇ ਗੁਰੂ ਰਾਮਦਾਸ ਸਰਾਂ ਉੱਤੇ ਗੋਲੀਬਾਰੀ ਕਰ ਰਹੇ ਸਨ। ਇੱਥੋਂ ਇਹ ਪਰਿਕਰਮਾ ਵੱਲ ਚਲੇ ਗਏ ਅਤੇ ਅਕਾਲ ਤਖਤ ਉੱਤੇ ਕਬਜ਼ਾ ਕਰ ਲਿਆ। ਉਸੇ ਦਿਨ 3 ਵਜੇ ਤੱਕ ਉਹਨਾਂ ਨੇ ਗੁਰੂ ਰਾਮਦਾਸ ਸਰਾਂ ਤੇ ਵੀ ਕੰਟਰੋਲ ਕਰ ਲਿਆ। ਸਵਾਲ, ਉਹਨਾਂ ਨੇ ਤੁਹਾਨੂੰ ਕਦੋਂ ਗ੍ਰਿਫਤਾਰ ਕੀਤਾ? 6 ਜੂਨ ਨੂੰ ਸਵੇਰੇ। ਇਸ ਪਿੱਛੋਂ ਉਹਨਾਂ ਨੇ ਸਮੁੰਦਰੀ ਹਾਲ ਦੇ ਸਾਰੇ ਵਲੰਟੀਅਰਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਉਪਰੰਤ ਉਹਨਾਂ ਨੇ ਸਾਡੇ ਕਮਰੇ ਕੋਲ ਆ ਕੇ ਬੰਬ ਸੁੱਟਿਆ ਅਤੇ ਕਿਹਾ ਉਹ ਸਾਨੂੰ ਗ੍ਰਿਫਤਾਰ ਕਰਨ ਆਏ ਹਨ ਅਤੇ ਸਾਨੂੰ ਗ੍ਰਿਫਤਾਰੀਆਂ ਲਈ ਪੇਸ਼ ਹੋਣ ਲਈ ਕਿਹਾ। ਸਵਾਲ, ਕਿ ਉਸ ਵੇਲੇ ਭਿੰਡਰਾਂਵਾਲੇ ਦੇ ਕਿਸੇ ਬੰਦੇ ਨੇ ਤੁਹਾਨੂੰ ਗ੍ਰਿਫਤਾਰੀ ਦੇਣ ਤੋਂ ਮਨ੍ਹਾ ਕੀਤਾ ਅਤੇ ਕਿਹਾ ਕਿ ਜੇਕਰ ਗ੍ਰਿਫਤਾਰੀ ਦਿੱਤੀ ਤਾਂ ਉਹ ਤੁਹਾਨੂੰ ਮਾਰ ਦੇਣਗੇ? ਇਹ ਠੀਕ ਨਹੀਂ ਹੈ। ਸਾਨੂੰ ਕਿਸੇ ਨੇ ਇਵੇਂ ਨਹੀਂ ਕਿਹਾ ਸੀ। ਹਕੀਕਤ ਤਾਂ ਇਹ ਹੈ ਕਿ ਸ਼ਾਮ ਤੱਕ ਭਿੰਡਰਾਂਵਾਲਿਆਂ ਦੇ ਖਾਸ ਬੰਦੇ ਹਰਮਿੰਦਰ ਸਿੰਘ ਸੰਧੂ, ਮਹਿਤਾ ਅਤੇ ਮਨਜੀਤ ਸਿੰਘ ਸਮੇਤ ਸਾਡੇ ਬੰਦਿਆਂ ਕੋਲ ਹੀ ਬੈਠੇ ਹੋਏ ਸਨ। ਜੇਕਰ ਉਹ ਸਾਨੂੰ ਕੋਈ ਨੁਕਸਾਨ ਪਹੁੰਚਾਉਣਾ ਚਾਹੁੰਦੇ ਤਾਂ ਪਹੁੰਚਾ ਵੀ ਸਕਦੇ ਸਨ। ਸੱਚਾਈ ਤਾਂ ਇਹ ਹੈ ਕਿ ਅਫਵਾਹ ਰਾਹ ਨੇ ਉਡਾਈ ਸੀ। ਸਰਕਾਰ ਸਾਨੂੰ ਮਾਰਨਾ ਚਾਹੁੰਦੀ ਸੀ ਅਤੇ ਇਸ ਦਾ ਦੋਸ਼ ਭਿੰਡਰਾਂਵਾਲਿਆਂ ਦੇ ਸਿਰ ਮੜ੍ਹਨਾ ਚਾਹੁੰਦੀ ਸੀ। ਮੈਂ ਅਤੇ ਟੌੜਾ ਸਾਹਿਬ ਨੇ ਸੈਨਿਕ ਅਧਿਕਾਰੀਆਂ ਨੂੰ ਕਿਹਾ ਕਿ ਅਸੀਂ ਗ੍ਰਿਫਤਾਰੀਆਂ ਜਾਂ ਗੋਲੀਆਂ ਲਈ ਤਿਆਰ ਹਾਂ ਅਤੇ ਤੁਸੀਂ ਜੋ ਚਾਹੁੰਦੇ ਹੋ ਕਰੋ। ਇਸ ਪਿੱਛੋਂ ਉਹ ਸਾਨੂੰ ਐਗਜ਼ੈਕਟਿਵ ਕਮੇਟੀ ਰੂਮ ਵਿੱਚ ਲੈ ਗਏ, ਪਰ ਇਸ ਦੌਰਾਨ ਸਾਡੇ 2 ਸਿੱਖ ਸਾਥੀ ਗੋਲੀਆਂ ਦਾ ਨਿਸ਼ਾਨਾ ਬਣ ਗਏ। ਸਾਡੇ ਉੱਤੇ ਮਸ਼ੀਨ ਗੰਨਾਂ ਨਾਲ ਲੈਸ ਜਵਾਨਾਂ ਦਾ ਪਹਿਰਾ ਲਾ ਦਿੱਤਾ ਗਿਆ। ਇਸ ਸਮੇਂ ਇੱਕ ਅਜੀਬ ਜਿਹੀ ਸਥਿਤੀ ਪੈਦਾ ਹੋ ਗਈ। ਔਰਤਾਂ ਸਮੇਤ ਵਲੰਟੀਅਰ ਸਾਡੇ ਅਤੇ ਫੌਜੀਆਂ ਵਿਚਾਲੇ ਆ ਕੇ ਖੜੇ ਹੋ ਗਏ ਕਿਉਂਕਿ ਉਹ ਸਮਝ ਰਹੇ ਸਨ ਕਿ ਸਾਨੂੰ ਫਾਇਰਿੰਗ ਸਕੁਐਡ ਵੱਲੋਂ ਉਡਾਇਆ ਜਾ ਰਿਹਾ ਹੈ। ਉਹ ਲੜਾਈ ਉੱਤੇ ਉਤਾਰੂ ਹੋ ਗਏ ਸਨ। ਅਸਾਂ ਦਖਲ ਦਿੱਤਾ ਤੇ ਕਿਹਾ ਕਿ ਸਾਨੂੰ ਗ੍ਰਿਫਤਾਰ ਹੋਣ ਦਿਓ। ਜੇਕਰ ਉਹ ਸਾਨੂੰ ਮਾਰਨਾ ਹੀ ਚਾਹੁੰਦੇ ਹਨ ਤਾਂ ਮਾਰਨ ਦਿਓ, ਕਿਉਂਕਿ ਅੰਤ ਨੂੰ ਹਰ ਇੱਕ ਨੇ ਮਰਨਾ ਹੀ ਹੈ। ਸਾਨੂੰ ਮਾਰ ਕੇ ਉਹ ਤੁਹਾਨੂੰ ਹੀ ਮਾਰ ਦੇਣਗੇ, ਇਸ ਲਈ ਤੁਸੀਂ ਹੁਣ ਕੁਝ ਨਾ ਕਰੋ। ਇਸ ਉਪਰੰਤ ਉਹ ਸ਼ਾਂਤ ਹੋ ਗਏ। ਕੋਈ 15 ਕੁ ਮਿੰਟ ਪਿੱਛੋਂ ਜਵਾਨਾਂ ਨੇ ਸਾਨੂੰ ਕਿਹਾ ਕਿ ਬੱਸਾਂ ਆ ਗਈਆਂ ਹਨ ਅਤੇ ਸਾਰੇ ਜਥਿਆਂ ਦੇ ਸਿੱਖਾਂ ਨੂੰ ਬਾਹਰ ਲਿਜਾਇਆ ਜਾਵੇਗਾ। ਟੌੜਾ ਸਾਹਿਬ, ਮੈਨੂੰ ਅਤੇ 7-8 ਹੋਰ ਸਿੰਘਾਂ ਨੂੰ ਇੱਕ ਕਮਰੇ ਅੰਦਰ ਡੱਕ ਦਿੱਤਾ। ਸਾਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਸੀ ਅਤੇ ਨਾ ਹੀ ਕੋਈ ਬਾਹਰੋਂ ਸਾਡੇ ਪਾਸ ਆ ਸਕਦਾ ਸੀ। ਇਸ ਸਮੇਂ ਉੱਥੇ ਲਗਭਗ 600 ਵਿਅਕਤੀ ਸਨ। ਕੋਈ ਅੱਧੇ ਘੰਟੇ ਪਿੱਛੋਂ ਉਹਨਾਂ ਨੇ ਫੌਜੀ ਸਿਗਨਲ ਦਿੱਤਾ, ਜਿਸ ਦਾ ਮਤਲਬ ਸੀ ਕਿ ਉਹ ਇੱਕ ਬੰਬ ਸੁੱਟ ਰਹੇ ਹਨ। ਸਾਡੇ ਵਿੱਚੋਂ ਇੱਕ ਸੈਨਿਕ ਨੇ ਸਾਨੂੰ ਲੇਟ ਜਾਣ ਲਈ ਕਿਹਾ ਕਿਉਂਕਿ ਉਹ ਫਾਇਰਿੰਗ ਸ਼ੁਰੂ ਕਰਨ ਵਾਲੇ ਸਨ। ਉਹ ਖੁਦ ਵੀ ਲੇਟ ਗਿਆ, ਪਰ ਦੂਜਿਆਂ ਨੇ ਲੜਾਈ ਵੇਖੀ। ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। ਇਹਨਾਂ ਗੋਲੀਆਂ ਤੇ ਬੰਬਾਂ ਨਾਲ ਕੁਝ ਲੋਕ ਠੰਡੇ ਹੋ ਗਏ ਅਤੇ ਕੁਝ ਹੋਰ ਗ੍ਰਿਫਤਾਰੀਆਂ ਦੌਰਾਨ ਮਾਰੇ ਗਏ। ਇਸ ਪਿੱਛੋਂ ਇਹ ਦੋਸ਼ ਲਗਾਇਆ ਗਿਆ ਕਿ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਨੇ ਬੰਬ ਸੁੱਟੇ ਹਨ, ਜਦ ਕਿ ਹਕੀਕਤ ਇਹ ਹੈ ਕਿ ਉਸ ਸਮੇਂ ਫੈਡਰੇਸ਼ਨ ਦੇ ਵਰਕਰ ਤਾਂ ਸਾਡੇ ਨਾਲ ਬੈਠੇ ਸਨ। ਸਾਨੂੰ ਬਹੁਤੇ ਵੇਰਵਿਆਂ ਦੀ ਜਾਣਕਾਰੀ ਨਹੀਂ ਸੀ ਕਿਉਂਕਿ ਇੱਕ ਤਾਂ ਅਸੀਂ ਦੂਰ ਸਾਂ, ਦੂਜਾ ਉਸ ਸਮੇਂ ਬਹੁਤ ਸ਼ੋਰ ਸ਼ਰਾਬਾ ਪੈ ਰਿਹਾ ਸੀ ਜਿਸ ਕਾਰਨ ਕੁਝ ਵੀ ਨਹੀਂ ਸੁਣਦਾ ਸੀ। ਰਾਤ 11 ਵਜੇ ਭਾਰੀ ਰੌਲਾ ਪਿਆ। ਕੁਝ ਲੋਕ ਦੌੜਦੇ ਹੋਏ ਸਾਡੇ ਵੱਲ ਆਏ। ਅਸੀਂ ਵੀ ਉੱਚੀ ਆਵਾਜ਼ ਵਿੱਚ ਉੱਥੇ ਆਏ ਕਰਨਲ ਨੂੰ ਕਿਹਾ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਜੇਕਰ ਤੁਸੀਂ ਸਾਨੂੰ ਮਾਰਨਾ ਹੀ ਚਾਹੁੰਦੇ ਹੋ ਤਾਂ ਅਸੀਂ ਮਰਨ ਲਈ ਤਿਆਰ ਹਾਂ, ਪਰ ਕੀ ਫੌਜ ਆਪਣੇ ਹੀ ਦੇਸ਼ ਦੇ ਲੋਕਾਂ ਨੂੰ ਮਾਰਨ ਲਈ ਹੁੰਦੀ ਹੈ? ਲੋਕਾਂ ਨੂੰ ਗ੍ਰਿਫਤਾਰ ਕਰਨ ਪਿੱਛੋਂ ਮਾਰ ਕੇ ਤੁਸੀਂ ਅਪਰਾਧ ਕਰ ਰਹੇ ਹੋ। ਇਸ ਦਾ ਚੰਗਾ ਅਸਰ ਹੋਇਆ ਅਤੇ ਫਾਇਰਿੰਗ ਰੁਕ ਗਈ। ਫੌਜ ਨੇ ਹੇਠਲੀ ਮੰਜ਼ਿਲ ਵਿੱਚ ਠਹਿਰੇ ਹੋਏ
200-300 ਭਾਈਆਂ ਨੂੰ ਮਾਰ ਮੁਕਾਇਆ। ਉਹ ਰਾਤ ਕੱਟਣ ਤੇ ਲੰਗਰ ਛਕਣ ਲਈ ਇੱਥੇ ਆਏ ਹੋਏ ਸਨ ਕਿ ਉੱਥੇ ਹੀ ਮੌਤ ਦਾ ਸ਼ਿਕਾਰ ਹੋ ਗਏ। ਉਹ ਨਾ ਤਾਂ ਸਿੱਖ ਸਨ, ਨਾ ਅਕਾਲੀ, ਨਾ ਹੀ ਅੱਤਵਾਦੀ। ਉਹ ਵਿਚਾਰੇ ਤਾਂ ਭਿਖਾਰੀ, ਮਜ਼ਦੂਰ ਜਾਂ ਰਿਕਸ਼ਾ ਚਾਲਕ ਸਨ। ਜਦੋਂ ਅਸੀਂ ਫੌਜੀਆਂ ਨੂੰ ਪੁੱਛਿਆ ਕਿ ਉਹਨਾਂ ਗਰੀਬਾਂ ਨੂੰ ਕਿਉਂ ਮਾਰਿਆ ਗਿਆ ਹੈ ਤਾਂ ਉਹਨਾਂ ਕਿਹਾ ਕਿ ਉਹਨਾਂ ਨੇ ਤਾਂ ਆਪਣਾ ਕੋਟਾ ਪੂਰਾ ਕੀਤਾ ਹੈ। ਸਾਨੂੰ 6 ਤਰੀਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫੌਜੀ ਹੈੱਡਕੁਆਰਟਰ ਲਿਜਾਇਆ ਗਿਆ ਅਤੇ ਸਾਨੂੰ ਕਮਰੇ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ। ਬਾਹਰ ਨਿਕਲਣ ਦੀ ਸੂਰਤ ਵਿੱਚ ਗੋਲੀ ਮਾਰਨ ਦੀ ਹਦਾਇਤ ਦਾ ਜ਼ਿਕਰ ਕੀਤਾ। 6 ਤੇ 7 ਜੂਨ ਨੂੰ ਸਾਨੂੰ ਉੱਥੇ ਹੀ ਰੱਖਿਆ ਗਿਆ। 8 ਜੂਨ ਨੂੰ ਸਾਨੂੰ ਦੱਸਿਆ ਗਿਆ ਕਿ ਸਾਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਜਦੋਂ ਇਹ ਪੁੱਛਿਆ ਗਿਆ ਕਿ ਕਿੱਥੇ ਭੇਜਿਆ ਜਾ ਰਿਹਾ ਹੈ ਤਾਂ ਉਹਨਾਂ ਕਿਹਾ ਉਹ ਕੁਝ ਨਹੀਂ ਕਹਿ ਸਕਦੇ। ਉਹ ਗੁਰਚਰਨ ਸਿੰਘ ਟੌੜਾ ਨੂੰ ਜੋਧਪੁਰ ਅਤੇ ਮੈਨੂੰ ਉਦੈਪੁਰ ਲੈ ਗਏ। ਡੈਰੀ ਦੇ ਪੰਨੇ ਹਰਬੀਰ ਸਿੰਘ ਭਵਰ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।